हिंदू धर्म में भारत के जम्मू और कश्मीर में त्रिकुट पर्वत पर स्थित वैष्णो देवी मंदिर को बहुत पवित्रतम हिंदू मंदिरों में से एक माना गया है। वहीं उत्तर भारत में वैष्णो देवी सबसे प्रसिद्ध सिद्धपीठ है, जहां साल भर भक्तों का आना जाना लगा रहता है। मान्यता है कि इस मंदिर में आकर मां वैष्णो के दर्शन का सौभाग्य केवल उन्हीं को मिलता है जिन्हें मां ने बुलाया है। वहीं सिद्ध और दैवी शक्तियों से युक्त मंदिर में कई कथाएं और लोगों की मान्यताएं जुड़ी हैं। आज सब तो पहले ਤੁਹਾਨੂੰ ਸਾਵਨ ਮਹੀਨੇ ਦੇ ਪਵਿੱਤਰ ਉਪਲਕਸ਼ ਤੇ ਜਿਹੜੇ ਆ ਦਰਸ਼ਨ ਕਰਵਾਉਣੇ ਆ ਮਾਂ ਵੈਸ਼ਨੋ ਦੇਵੀ ਦਰਬਾਰ ਦੇ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਮਾਂ ਵੈਸ਼ਨੋ ਦੇਵੀ ਦਰਬਾਰ ਤੋਂ ਭਗਤਾਂ ਦੀਆਂ ਰੌਣਕਾਂ ਜਿਹੜੀਆਂ ਇਸ ਸਮੇਂ ਲੱਗੀਆਂ ਹੋਈਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੇ। ਸਾਵਨ ਦੇ ਪਵਿੱਤਰ ਮਹੀਨੇ ਤੇ ਮੌਸਮ ਤੁਸੀਂ ਦੇਖ ਰਹੇ ਹੋ ਬਹੁਤ ਹੀ ਇਸ ਸਮੇਂ ਸੁਹਾਵਣਾ ਸਾਵਨ ਦੇ ਮਹੀਨੇ ਜਿਹੜਾ ਮੌਸਮ ਚੱਲ ਰਿਹਾ ਹੈ। ਇਸ ਦੇ ਨਾਲ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਕਿ ਮਾਤਾ ਵੈਸ਼ਨੋ ਦੇਵੀ ਦਰਬਾਰ ਦੇ ਉੱਪਰ ਭਗਤਾਂ ਦੇ ਲਈ ਬਹੁਤ ਜਲਦ ਹੀ ਸ਼ਰਾਈਨ ਬੋਰਡ ਵੱਲੋਂ ਜਿਹੜੀਆਂ ਨੇ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਉਹਨਾਂ ਸੁਵਿਧਾਵਾਂ 'ਚ ਲਗਾਤਾਰ ਹੋਰ ਵਾਧਾ ਕੀਤਾ ਜਾ ਰਿਹਾ ਹੈ। ਇਹ ਪਿੱਛੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜਾ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਰਹਿਣ ਦੀ ਵਿਵਸਥਾ ਜਿਹੜੀ ਕੀਤੀ ਜਾ ਰਹੀ ਹੈ ਸ਼ਰਧਾਲੂਆਂ ਦੇ ਲਈ। ਅਕਸਰ ਇਹਨਾਂ ਦੀ ਸ਼ਰਧਾਲੂਆਂ ਦੀ ਜਿਹੜੀ ਸ਼ਿਕਾਇਤ ਰਹਿੰਦੀ ਸੀ ਕਿ ਭਵਨ ਤੇ ਰੁਕਣ ਦੀ ਜਿਹੜੀ ਵਿਵਸਥਾ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਹੈ। ਉਸ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਗਿਣਤੀ ਵੱਧਦੇ ਦੇਖਦੇ ਹੋਏ ਜਿਹੜੀ ਹੈ ਇਹ ਲਗਾਤਾਰ ਜਿਹੜੀ ਹੈ ਇਹ ਕੀਤੀ ਜਾ ਰਹੀ ਹੈ ਸ਼ਰਧਾਲੂਆਂ ਦੇ ਲਈ। ਸੋ ਕੰਸਟਰਕਸ਼ਨ ਦਾ ਕੰਮ ਲਗਾਤਾਰ ਜਾਰੀ ਹੈ। ਤੁਸੀਂ ਤਸਵੀਰਾਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੰਸਟਰਕਸ਼ਨ ਦਾ ਕੰਮ ਜਿਹੜਾ ਲਗਾਤਾਰ ਜਾਰੀ ਹੈ ਔਰ ਨਾਲ ਦੇ ਨਾਲ ਇੱਥੇ ਦੱਸ ਦਈਏ ਕਿ ਸੁਵਿਧਾਵਾਂ ਦੇ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। ਇੱਥੇ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦੇ ਹਾਂ, ਇਹ ਸਾਹਮਣੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨਵਾਂ ਪ੍ਰੋਜੈਕਟ ਜਿਹੜਾ ਮਾਤਾ ਵੈਸ਼ਨੋ ਦੇਵੀ ਦਰਬਾਰ ਤੇ ਬਹੁਤ ਜਲਦ ਭਗਤਾਂ ਦੇ ਲਈ ਇੱਕ ਨਵੀਂ ਜਿਹੜੀ ਹੈ ਸੁਗਾਤ ਜਿਹੜੀ ਭਗਤਾਂ ਨੂੰ ਮਿਲਣ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਸ਼ਰਧਾਲੂ ਨੇ ਸਕਾਈ ਵਾਕ ਦਾ ਪ੍ਰੋਜੈਕਟ ਹੈ, ਬਹੁਤ ਜਲਦੀ ਇੱਥੇ ਇਸ ਪ੍ਰੋਜੈਕਟ ਦੇ ਜ਼ਰੀਏ ਜਿਹੜੇ ਭਗਤ ਨੇ ਦਰਸ਼ਨ ਕਰ ਸਕਣਗੇ ਸਿੱਧੇ ਹੀ ਮਾਤਾ ਵੈਸ਼ਨੋ ਦੇਵੀ ਦਰਬਾਰ ਦੇ। ਸੋ ਇਹ ਤਸਵੀਰਾਂ ਮਾਤਾ ਵੈਸ਼ਨੋ ਦੇਵੀ ਦਰਬਾਰ ਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਔਰ ਲਗਾਤਾਰ ਜਿਹੜਾ ਨਿਰਮਾਣ ਕਾਰਜ ਜਿਹੜਾ ਹੈ ਮਾਂ ਵੈਸ਼ਨੋ ਦੇਵੀ ਦਰਬਾਰ ਤੇ ਕਰਵਾਇਆ ਜਾ ਰਿਹਾ ਹੈ ਸ਼ਰਾਈਨ ਬੋਰਡ ਦੇ ਵੱਲੋਂ। ਸੋ ਇਹ ਜਿਹੜਾ ਪ੍ਰੋਜੈਕਟ ਜਿਹੜਾ ਤੁਸੀਂ ਤਸਵੀਰਾਂ ਦੇਖੀਆਂ ਸੀਗੀਆਂ ਇਹ ਸ਼ਰਾਈਨ ਬੋਰਡ ਦਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਸਕਾਈ ਵਾਕ ਦਾ ਇਹ ਜਿਹੜਾ ਪ੍ਰੋਜੈਕਟ ਤੁਸੀਂ ਦੇਖ ਰਹੇ ਹੋ ਬਹੁਤ ਜਲਦੀ ਹੀ ਸ਼ਰਧਾਲੂਆਂ ਨੂੰ ਇਸ ਦੀ ਜਿਹੜੀ ਹੈ ਸੁਗਾਤ ਮਿਲਣ ਜਾ ਰਹੀ ਹੈ। ਕੰਸਟਰਕਸ਼ਨ ਦਾ ਕੰਮ ਇਸ ਸਮੇਂ ਜ਼ੋਰ ਸ਼ੋਰ ਦੇ ਨਾਲ ਜਿਹੜਾ ਕੰਸਟਰਕਸ਼ਨ ਦਾ ਕੰਮ ਜਿਹੜਾ ਇੱਥੇ ਚੱਲ ਰਿਹਾ ਹੈ ਔਰ ਲਗਾਤਾਰ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੋਈ ਦੇਖ ਕੇ, ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਮਾਂ ਵੈਸ਼ਨੋ ਦੇਵੀ ਦਰਬਾਰ ਤੇ ਜਦੋਂ ਭਗਦੜ ਮਚ ਗਈ ਸੀ ਉਸ ਸਮੇਂ ਜਿਹੜਾ ਹੈ ਜਾਨੀ ਨੁਕਸਾਨ ਵੀ ਹੋਇਆ ਸੀ। ਉਸ ਨੂੰ ਦੇਖਦੇ ਹੋਏ ਸ਼ਰਾਈਨ ਬੋਰਡ ਵੱਲੋਂ ਜਿਹੜੇ ਫੈਸਲੇ ਬਹੁਤ ਵਧੀਆ ਫੈਸਲੇ ਕੀਤੇ ਜਾ ਰਹੇ ਨੇ ਜਿਸ ਨੂੰ ਸ਼ਰਧਾਲੂਆਂ ਵੱਲੋਂ ਕਾਫੀ ਸਰਾਹਿਆ ਵੀ ਜਾ ਰਿਹਾ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਕਾਈ ਵਾਕ ਪ੍ਰੋਜੈਕਟ ਜੋ ਕਿ ਬਹੁਤ ਜਲਦ ਹੀ ਮਾਂ ਵੈਸ਼ਨੋ ਦੇਵੀ ਦਰਬਾਰ ਦੇ ਭਗਤਾਂ ਨੂੰ ਇਸ ਦੀ ਜਿਹੜੀ ਹੈ ਖੁਸ਼ਖਬਰੀ ਜਿਹੜੀ है श्राइन बोर्ड में दी जाएगी। इस मंदिर के गर्भजून में एक पौराणिक कथा जुड़ी हुई है जिसमें मां वैष्णो ने 9 महीने गुजारे थे। तो आइए आज जानते हैं कि क्या है ये पूरी कहानी और आखिर क्यों ये मंदिर इतना पवित्र है। पौराणिक कथा के अनुसार जम्मू जिले के कटरा नगर से 2 किलोमीटर की दूरी पर स्थित एक हंसाली नामक गांव में मां वैष्णो देवी के परम भक्त श्रीधर रहते थे। उनकी कोई संतान नहीं थी और जिस कारण वे बहुत दुखी थे। एक बार नवरात्रि पूजन के दौरान उन्होंने कुंवारी कन्याओं को अपने यहाँ बुलाया और कन्याओं में से एक का वेश धारण करके मां वैष्णो देवी भी श्रीधर के यहाँ आकर बैठ गई। पूजन के पश्चात सभी कन्याएं चली गईं, परंतु मां वैष्णो देवी वहाँ रुककर श्रीधर से बोली कि तुम जाओ और सभी को अपने घर भोजन के लिए बुलावा देकर आओ। इसी के बाद श्रीधर कन्या की बात का मान रखते हुए आसपास के गांव में भोजन का बुलावा दे आए। सभी गांव वालों को निमंत्रण देने के बाद जब वो घर लौट रहा था तो उसके गुरु गोरखनाथ और उनके शिष्य भैरवनाथ और अन्य शिष्यों को भी भोजन का निमंत्रण दिया। भोजन के निमंत्रण की बात सुनकर सभी गांववासी आश्चर्यचकित थे कि ऐसे कौन सी कन्या है जो पूरे गांव को भोजन करवाना चाहती है। इसके बाद सभी श्रीधर के घर खाने के लिए आए और फिर कन्या रूप में मां वैष्णो सभी को एक अलग अलग तरह के पात्र से भोजन परोसने लगी
और जब वो भैरवनाथ के पास पहुंची तो उन्होंने खीर पूरी खाने से इनकार कर दिया और मांस मदिरा पान की इच्छा जताई। तब कन्या ने उसकी ये बात नहीं मानी, लेकिन भैरवनाथ अपनी बात पर अडिग रहा। इसके बाद भैरवनाथ के मन में छिपे कपट को जानकर माँ वैष्णो रूप बदलकर त्रिकुट पर्वत की तरफ चली गई। त्रिकुट पर्वत पर जाकर वहां एक गुफा में ही मां वैष्णो ने भैरवनाथ से छिपकर 9 माह तक लगातार तपस्या की थी और इस गुफा को ही आज गर्भजून के नाम से जाना जाता है। इसके अलावा इस गुफा को आदि कुमारी या अर्धकुमारी भी कहते हैं। आज भी इस गर्भजून गुफा का उतना ही महत्व है जितना कि संपूर्ण भवन का है। 9 महीने की तपस्या के पश्चात माता रानी जब गुफा से बाहर देवी रूप में आई तो उन्होंने भैरवनाथ को चेतावनी देते हुए वापस लौट जाने को कहा, लेकिन फिर भी वो हठ पर अड़ा रहा। इसके बाद हठी भैरवनाथ को मां ने महाकाली के रूप में भैरवनाथ का संहार कर दिया और कहते हैं कि भैरवनाथ का कटा हुआ सिर त्रिकुट पर्वत की भैरव घाटी में जाकर गिरा। आज इस जगह को भैरवनाथ मंदिर के नाम से जानते हैं। वहीं वैष्णो देवी मां ने भैरवनाथ का संहार जिस स्थान पर किया था उसे भवन के नाम से जाना जाता है।